ਬੱਚਿਆਂ ਨੂੰ 4 ਮੁੰਡਿਆਂ ਨੂੰ ਜਨਮ ਦਿੱਤਾ ਆ ਤੇ ਤੁਹਾਡੇ ਘਰ ਕੁੜੀ ਨਹੀਂ। ਮੇਰੇ ਖਿਆਲ ਕਿ ਤੁਸੀਂ ਤਰਸਦੇ ਹੋਣੇ, ਜੇ ਕੁੜੀ ਹੁੰਦੀ ਕੋਈ ਧੀ ਹੁੰਦੀ ਤਾਂ ਤੁਹਾਡਾ ਦੁੱਖ ਜ਼ਿਆਦਾ ਸੁਣਦੀ। ਕੀ ਖਿਆਲ ਤੁਹਾਡਾ? ਹਾਂਜੀ ਹਾਂਜੀ, ਮੈਂ ਇਦਾਂ ਹੀ ਸੋਚਦੀ, ਜੇ ਉਹ ਕੁੜੀ ਹੁੰਦੀ ਤਾਂ ਮੇਰਾ ਕੋਈ ਦੁੱਖ ਸੁਣਦੀ ਹੈ। ਤਾਂ ਹੁਣ ਕੁੜੀ ਨਹੀਂ, ਮੁੰਡੇ ਆ ਤੁਹਾਡੇ। ਹਾਂਜੀ ਹਾਂਜੀ, 4 ਇੱਕ ਨਾ ਅੱਧਾ 4 ਮੁੰਡੇ ਨੇ। ਹਾਂਜੀ ਹਾਂਜੀ। ਇਹ ਮੁੰਡੇ ਕਿੰਨੀ ਉਮਰ ਦੇ? ਇਹ ਮੁੰਡੇ ਨੇ ਜਿਹੜੇ ਇੰਡੀਆ ਗਏ ਨੇ ਨਾਲ ਵਾਲਿਆ ਸੀ, ਮਤਲਬ ਤੇਰੇ ਫੇਰ ਨਾਲ। ਹਾਂ ਫਿਰ ਇਹਨੂੰ ਕਹਿੰਦਾ ਤੁਹਾਡੀ ਬੇਬੇ ਜੀ, ਤੁਹਾਡੀ ਜਿਹੜੀ ਜ਼ਮੀਨ ਆ ਤੁਹਾਡੀ ਇੱਕ ਮੁੰਡੇ ਨੇ ਲਵਾਈ ਤੇ ਤੁਸੀਂ ਆਪ ਮੁੰਡਿਆਂ ਨੂੰ ਦੇਤੀ ਆ? ਇਹ ਜਦੋਂ ਅਸੀਂ ਇਹ ਮੁੱਕੇ ਆ ਤਾਂ ਜਦੋਂ ਸਵੇਰੇ ਦੱਸਤਾ, ਮੈਂ ਕਿਹਾ ਮੈਂ ਬਾਸੀ ਨਾਲ ਮੇਰੀ ਗੱਲਬਾਤ ਹੋ ਗਈ, ਮੈਂ ਗੱਲਬਾਤ ਕਰਨ ਲੱਗੀ ਆ, ਮੇਰਾ ਘਰ ਵੀ ਹੈ ਤੇ ਮੇਰੇ ਇੰਨਾ ਪੈਸਾ ਮੈਂ ਲਾ ਕੇ ਤੇ ਘਰ ਵੀ, ਮੈਂ ਬੇਟਾ ਕੰਮ ਵੀ ਇੱਥੇ ਕੀਤਾ, ਕੰਮ ਕਰਕੇ ਮੈਂ ਪੈਸਾ ਲਾ ਕੇ ਮੈਂ ਕਿਹਾ ਮੇਰਾ ਸਿਰ ਢਕਣਾ ਇੰਡੀਆ ਹੋ ਜੂ, ਜੱਦੀ ਘਰ ਆ ਉਹ ਸਾਡਾ ਰੇਲ ਦੇ ਵਿੱਚ। ਇਹ ਤਾਂ ਹੋ ਗਿਆ 7-8 ਸਾਲ ਹੋ ਗਏ। 8 ਸਾਲ ਪੁਰਾਣੀ ਗੱਲ। ਹੁਣ ਤੁਹਾਡੀ 8 ਸਾਲ ਤੋਂ ਨੋ ਬੋਲਦੀ ਨਹੀਂ ਤੁਹਾਡੇ ਨਾਲ? ਨਹੀਂ ਮੈਂ ਵੀ ਨਹੀਂ ਪਤਾ ਨਹੀਂ, ਮੈਂ ਸੱਚੀ ਦੱਸਦੀ, ਮੈਂ ਬੁਲਾਉਂਦੀ ਨਹੀਂ, ਕਿਉਂ ਮੈਂ ਰੋਟੀ ਪਾਣੀ ਸਾਰਾ ਕੁਝ ਬਣਾ ਦਿੰਦੀ ਆ ਤੇ ਚੱਕ ਕੇ ਤੁਹਾਡਾ ਕੀ ਹਾਜ਼ਰ ਹੋ ਚੁੱਕੇ ਹਾਂ। ਅਸੀਂ ਨਾਮ ਫੇਕ ਰੱਖਿਆ ਹੈ ਸਾਡੀ ਮਾਤਾ ਜੀ ਦਾ, ਬੇਬੇ ਜੀਤੋ। ਸਾਡੀ ਬੇਬੇ ਜੀ ਨੇ ਲਾਈਨ 'ਚ, ਉਹ ਬੜੇ ਪਰੇਸ਼ਾਨ ਨੇ ਬੇਬੇ ਜੀ। ਬੇਬੇ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬੇਬੇ ਜੀ ਕਿੰਨੀ ਉਮਰ ਤੁਹਾਡੀ? ਮੇਰੀ 60-70 ਸਾਲ ਦੀ, 70-75 ਸਾਲ ਦੀ। 70-75 ਸਾਲ ਦੇ। ਹਾਂਜੀ ਹਾਂਜੀ। ਤੁਹਾਡਾ ਪੇਕੇ ਪਿੰਡ ਕਿਹੜਾ ਆ? ਤੁਸੀਂ ਆਪਣੇ ਬੱਚਿਆਂ ਦਾ ਨਾਂ ਨਹੀਂ ਲੈਣਾ, ਜਿਹੜਾ ਪੁੱਛੂਗਾ ਉਹਦੇ ਜਵਾਬ ਦੇਣਾ, ਔਰ ਜੋ ਕਹੋਗੇ ਤੁਸੀਂ ਸੱਚ ਕਹੋਗੇ, ਸੱਚ ਤੋਂ ਸਿਵਾਏ ਕੁਝ ਨਹੀਂ ਕਹੋਗੇ। ਹਾਂਜੀ, ਪੇਕੇ ਪਿੰਡ ਹੈ ਜੀ ਸਾਡਾ ਖੈਰਾ ਮੱਝਾ ਆ ਮੇਰਾ। ਖੈਰਾ ਮਾਝਾ। ਇਹ ਜਲੰਧਰ ਚ ਪੈਂਦਾ ਬੇਬੇ ਜੀ? ਹਾਂਜੀ, ਇਹ ਜਿਹੜਾ ਕਪੂਰਥਲੇ ਜੀ, ਰਾਤ ਕਪੂਰਥਲੇ ਜੀ ਪੈਂਦਾ ਹੈ, ਉਹਦਾ ਹੈ ਪਹਿਲਾਂ ਜਲੰਧਰ ਚ ਸੀ, ਹੁਣ ਕਪੂਰਥਲੇ ਜੀ ਪੈਂਦਾ ਹੈ। ਮਾਤਾ ਜੀ ਤੁਸੀਂ 70 ਸਾਲ ਤੋਂ ਉੱਪਰ ਹੋ ਗਏ, ਕਿੰਨੇ ਬੱਚਿਆਂ ਦੀ ਮਾਂ ਹੋ ਆਪ ਜੀ? ਹਾਂਜੀ ਹਾਂਜੀ, ਮੈਂ 4 ਹੀ ਬੱਚੇ ਆ ਮੇਰੇ ਜੀ। ਕਿਵੇਂ ਆ, ਕਿੰਨੀਆਂ ਗੁੱਡੀਆਂ ਕਿੰਨੇ ਕਾਕੇ? ਨਹੀਂ ਜੀ, ਗੁੱਡੀ ਮੇਰੀ ਕੋਈ ਨਹੀਂ, ਬੇਟੇ 4 ਹੀ ਆ। 4 ਬੇਟੇ ਆ? ਹਾਂਜੀ ਹਾਂਜੀ। ਦਿਲ ਆਮ ਕਹਿ ਦਿੰਦੇ ਆ ਕਿ ਜਿਹੜੀਆਂ ਜੇ ਧੀ ਜਨਮ ਲੈਂਦੀ ਆ ਉਹ ਕੁੜੀ ਨੂੰ ਜਨਮ ਲਿਆ ਆ, ਕਿੰਨੇ ਅਲਾਸੀ ਛਾ ਜਾਂਦੀ ਆ ਜਦੋਂ ਤੁਸੀਂ ਜਨਮੇ ਆ, ਔਰ ਜਦੋਂ ਤੁਹਾਡੇ ਵਿਆਹ ਹੋਏ ਆ ਉਸ ਵੇਲੇ ਤਾਂ ਮਾਤਾ ਜੇ ਕੁੜੀ ਘਰ ਵਿੱਚ ਹੋ ਜਵੇ ਤਾਂ ਘਰ ਦੇ ਵਿੱਚ ਮਾਤਮ ਛਾਇਆ ਹੁੰਦਾ ਸੀ, ਹਾਏ ਸਾਡੇ ਕੁੜੀ ਆ ਗਈ ਆ। ਹਾਂਜੀ ਹਾਂਜੀ, ਹਨਾ? ਤਾਂ ਜੇ ਮੁੰਡੇ ਆਉਂਦੇ ਆ ਤਾਂ ਅਸੀਂ ਖੁਸ਼ੀ ਮਨਾਉਂਦੇ ਆ, ਲੱਡੂ ਵੰਡਦੇ ਆ, ਉਦੋਂ ਗੁੜ ਦੀਆਂ ਪੇਸੀਆਂ ਵੰਡਦੇ ਹੋਣਗੇ, ਉਸ ਵੇਲੇ ਦੀ ਗੱਲ ਹੈ ਜਦੋਂ ਤੁਹਾਡਾ ਜਨਮ ਹੋਇਆ ਹੋਣਾ। ਹਾਂਜੀ ਹਾਂਜੀ ਹਾਂਜੀ। ਤਾਂ ਤੁਸੀਂ ਬੱਚਿਆਂ ਨੂੰ 4 ਮੁੰਡਿਆਂ ਨੂੰ ਜਨਮ ਦਿੱਤਾ ਆ ਤਾਂ ਤੁਹਾਡੇ ਘਰ ਕੁੜੀ ਨਹੀਂ। ਮੇਰੇ ਖਿਆਲ ਕਿ ਤੁਸੀਂ ਤਰਸਦੇ ਹੋਣੇ, ਜੇ ਕੁੜੀ ਹੁੰਦੀ ਕੋਈ ਧੀ ਹੁੰਦੀ ਤਾਂ ਤੁਹਾਡਾ ਦੁੱਖ ਜ਼ਿਆਦਾ ਸੁਣਦੀ। ਕੀ ਖਿਆਲ ਤੁਹਾਡਾ? ਹਾਂਜੀ ਹਾਂਜੀ, ਮੈਂ ਏਦਾਂ ਹੀ ਸੋਚਦੀ, ਜੇ ਉਹ ਕੁੜੀ ਹੁੰਦੀ ਤਾਂ ਮੇਰਾ ਕੋਈ ਦੁੱਖ ਸੁਣਦੀ ਹੈ। ਤਾਂ ਹੁਣ ਕੁੜੀ ਨਹੀਂ, ਮੁੰਡੇ ਆ ਤੁਹਾਡੇ 2 ਹਾਂਜੀ 4 ਇੱਕ ਨਾ ਅੱਧਾ 4 ਮੁੰਡੇ ਨੇ। ਹਾਂਜੀ ਹਾਂਜੀ। ਇਹ ਮੁੰਡੇ ਕਿੰਨੀ ਉਮਰ ਦੇ ਤੁਹਾਡੇ? ਮੁੰਡੇ ਦਾ ਹੁਣ ਮੈਂ ਇੰਨੀ ਕਹਿ ਨਹੀਂ ਸਕਦੀ, ਮੈਂ ਕਦੀ ਏਦਾਂ, ਮੈਂ ਹੈਗੀ ਅਨਪੜ੍ਹ ਜਿਹੀ, ਸਿੱਧੀ ਜਿਹੀ ਆ। ਠੀਕ ਹੋ ਜਾਣੀ। ਪਰ ਇੰਨਾ ਪਤਾ ਨਹੀਂ। ਮਤਲਬ ਮੁੰਡੇ ਤੁਹਾਡੇ ਪੋਤਿਆਂ ਵਾਲੇ ਹੋ ਗਏ ਨੇ? ਹੈ ਤੁਹਾਡੇ ਮੁੰਡੇ ਪੋਤਿਆਂ ਪੜੋਤਿਆਂ ਵਾਲੇ ਹੋ ਗਏ ਨੇ? ਨਹੀਂ, ਹਜੇ ਤਾਂ ਪੋਤੇ ਹੀ ਆ, ਉਹਨਾਂ ਦੇ ਮੁੰਡੇ ਹੀ ਆ, ਹਜੇ ਤਾਂ ਵਿਆਹੇ ਨਹੀਂਗੇ। ਤੁਹਾਡੇ ਮੁੰਡੇ 4 ਵਿਆਹ ਹੋਏ ਆ? ਹਾਂ, ਮੇਰੇ 4 ਹੀ ਵਿਆਹੇ ਹੋਏ ਆ। ਗਾਂ ਉਹਨਾਂ ਦੇ ਪੋਤੇ ਆ? ਹਾਂਜੀ ਗਾਂ ਉਹਨਾਂ ਮੁੰਡੇ ਹੈਗੇ ਆ ਸਾਰਿਆਂ ਦੇ? 2 ਮੁੰਡੇ ਵੱਡੇ ਦੇ, 2 ਜਿਹੜਾ ਮੇਰੇ ਨਾਲ ਇੰਡੀਆ ਗਿਆ ਉਹਦੇ, ਜਿਹੜਾ ਇੱਕ ਇੱਥੇ ਕੁੜੀ ਮੁੰਡਾ, ਇੱਕ ਇਟਲੀ ਆ, ਉਹਦਾ ਇੱਕ ਮੁੰਡਾ। ਤੁਹਾਡੇ 4 ਲੜਕੇ ਨੇ ਤਾਂ 3 ਲੜਕੇ ਕੈਨੇਡਾ ਵਿੱਚ ਤਾਂ ਇੱਕ ਇਟਲੀ ਚ? ਹਾਂਜੀ ਹਾਂਜੀ। ਤੁਹਾਡਾ ਖੈਰਾ ਮਾਝਾ ਪਿੰਡ ਆ, ਤੁਹਾਡੇ ਪੇਕਿਆਂ ਦਾ ਪਿੰਡ ਇਹ ਆ? ਹਾਂਜੀ ਹਾਂਜੀ। ਤੁਹਾਡਾ ਸਹੁਰਾ ਪਿੰਡ ਕਿਹੜਾ ਆ? ਸਹੁਰਾ ਪਿੰਡ ਸਾਡਾ ਰੇਰੂ ਪਿੰਡ ਆ। ਰੇਰੂ ਪਿੰਡ। ਰੇੜੂ ਹਨਾ? ਰੇਰੂ। ਹਾਂ, ਰੇਰੂ ਟਾਂਡੇ ਰੋਡ ਤੇ, ਟਾਂਡੇ ਦੇ ਰੋਡ ਤੇ ਆਉਂਦਾ ਨਾ ਚੌਂਕ, ਰੇਰੂ, ਉੱਥੇ ਆ। ਇਹ ਛੋਟਾ ਜਿਹਾ ਪਿੰਡ ਹੈ ਵੱਡਾ ਹੈ? ਛੋਟਾ ਹੈ ਜੀ, ਛੋਟਾ ਪਿੰਡ ਸੀਗਾ, ਹੁਣ ਤਾਂ ਭਾਵੇਂ ਆਲੇ ਦੁਆਲੇ ਵੱਧ ਗਈ ਹੋਊਗੀ ਆਹ ਆਬਾਦੀ ਵੱਧ ਗਈ ਚ। ਇਹ ਤਾਂ ਜੇ ਜਲੰਧਰ ਚ ਪੈਂਦਾ ਵੀ ਜੀ? ਹਾਂਜੀ ਹਾਂਜੀ, ਜਲੰਧਰ ਚ ਪੈਂਦਾ ਹੈ। ਤੁਹਾਨੂੰ ਕਿੰਨੇ ਸਾਲ ਹੋ ਗਏ ਮਾਤਾ ਜੀ ਇੱਥੇ ਰਹਿੰਦੇ ਨੇ ਬੇਬੇ ਜੀ? ਇੱਥੇ ਆਏ ਨੂੰ? ਹਾਂਜੀ, ਇੱਥੇ ਇਹਨਾਂ ਨੂੰ ਹੋਏ ਸੀਗੇ 15 17 18 ਸਾਲ ਹੀ ਹੋ ਗਏ ਮੈਨੂੰ। ਅੱਜ 10 ਸਾਲ ਹੀ ਤਾਂ ਪੈਨਸ਼ਨ ਹੀ ਲੱਗਦੀ ਆ। ਹੁਣ ਪੈਨਸ਼ਨ ਤੁਸੀਂ ਲੈਂਦੇ ਹੋ? ਮੈਂ ਆਈ ਸੀ 2008 ਨੂੰ। ਮੈਂ ਤੁਹਾਨੂੰ ਇੰਨਾ ਯਾਦ ਹੈ ਕਿ 2008 ਚ ਆਏ ਹੋ? ਹਾਂਜੀ ਹਾਂਜੀ। ਸੋ ਪੈਨਸ਼ਨ ਕਿੰਨੀ ਆਉਂਦੀ ਹੁਣ ਤੁਹਾਨੂੰ? ਪੈਨਸ਼ਨ ਆਉਂਦੀ ਹੈ ਜੀ
6 7 8 200 ਰੁਪਇਆ HP ਦਾ ਵਿੱਚ ਆਉਂਦਾ ਆ। ਨਹੀਂ ਟੋਟਲ ਕਿੰਨੀ ਹੁੰਦੀ ਮਹੀਨੇ ਦੀ? ਟੋਟਲ 1500 ਬਣ ਜਾਂਦੀ ਹੈ। 1500 ਬਹੁਤ ਪੈਨਸ਼ਨ ਹੈ ਮਾਤਾ ਜੀ, ਥੋੜੀ ਪੈਨਸ਼ਨ ਹੈ। ਆਲਮੋਸਟ ਲੱਖ ਰੁਪਏ ਤਾਂ ਮਹੀਨੇ ਦੇ ਮਿਲ ਜਾਂਦੇ ਬੈਠੇ ਨੂੰ ਘਰ। ਹਾਂਜੀ ਉਹ ਫਿਰ ਤੁਹਾਨੂੰ ਪਤਾ ਹੀ ਆ, ਲਈ ਜਾਂਦੇ ਨਾਲ ਮੇਰੇ ਕੋਲ, ਮੈਂ ਕੀ ਕਰ ਸਕਦੀ ਹੈ ਨਾ। ਅੱਛਾ ਉਹ ਪੈਸੇ ਵੀ ਲੈ ਜਾਂਦੇ ਆ? ਉਹ ਹੀ ਖਾ ਗਿਆ, ਪਹਿਲਾਂ ਉਹ ਲਈ ਗਿਆ, ਫਿਰ ਮੈਂ ਇੰਡੀਆ ਘਰ ਬਣਾਉਣ ਲੱਗ ਪਈ। ਮੈਂ ਕਿਹਾ ਮੈਂ ਰਹਿਣ ਨੂੰ, ਮੈਨੂੰ ਕਿਤੇ ਰਹਿਣ ਨਹੀਂ ਸੀ ਦਿੰਦੇ। ਕੋਈ ਗੱਲ ਨਹੀਂ ਮਾਤਾ ਜੀ, ਦੁੱਖ ਸੁਣਦੇ ਤੁਹਾਡੇ। ਹਾਂ ਤੇ ਫਿਰ ਇੰਡੀਆ ਜਦ ਮੈਂ ਉੱਥੇ ਘਰ ਸੀਗਾ, ਜੱਦੀ ਘਰ ਮਾਤਾ ਜੀ। ਠੀਕ ਹੈ, ਇੱਕ ਮਿੰਟ ਸੁਣੋ ਗੱਲ। ਤੁਹਾਡੇ ਪਤੀ ਪਰਮੇਸ਼ਰ ਬਾਪੂ ਜੀ ਕਦੋਂ ਪੂਰੇ ਹੋਏ ਨੇ? ਉਹਨਾਂ ਨੂੰ ਵੀ 20 ਸਾਲ ਹੋ ਗਏ ਮੁੱਕਿਆਂ ਨੂੰ। 20 ਸਾਲ ਹੋ ਗਏ? ਉਹ ਕੈਨੇਡਾ ਨਹੀਂ ਆਏ? ਨਹੀਂ ਉਹ ਨਹੀਂ ਆਏ। ਤੁਹਾਡੇ ਪੁੱਤ ਨੇ ਸੱਦਿਆ ਤੁਹਾਨੂੰ ਕੈਨੇਡਾ ਇੱਥੇ? ਹਾਂਜੀ ਮੇਰੇ ਵੱਡੇ ਪੁੱਤ ਨੇ ਸੱਦਿਆ ਸੀ। ਤੁਸੀਂ ਉਹਦੇ ਨਾਲ ਨਹੀਂ ਰਹੇ? ਨਾਲ ਮੈਂ ਥੋੜਾ ਜਿਹਾ ਰਹੀ ਸੀ, ਫਿਰ ਤੁਹਾਨੂੰ ਪਤਾ ਹੀ ਜਨਾਨੀਆਂ ਦੇ ਕੀ ਕੁਛ ਕਰਦੀਆਂ ਸੀਗੀਆਂ। ਫਿਰ ਮੈਂ ਇਹ ਛੋਟੇ ਹਾਲ ਆ ਗਏ, ਇਹਦੇ ਬੱਚੇ ਛੋਟੇ ਸੀਗੇ, ਫਿਰ ਮੈਂ ਇੱਥੇ ਬੱਚੇ ਪਾਲਦੀ ਰਹੀ ਤੇ ਚੱਲ ਮੈਂ ਆਪਣਾ ਟਾਈਮ ਪਾਸ ਕਰਦੀ ਰਹੀ ਹਨਾ। ਹੋਰ ਤਾਂ ਤੁਹਾਡੇ 3 ਬੱਚੇ, ਤੁਹਾਡੇ 3 ਬੱਚਿਆਂ ਦੇ ਨਾਲ ਕਿਸੇ ਨਾਲ ਵੀ ਨਹੀਂ ਬਣੀ ਕੈਨੇਡਾ 'ਚ? ਮੈਂ ਤੁਹਾਨੂੰ ਦੱਸਦੀ, ਬਣਦੀ ਤਾਂ ਕੋਈ ਵੀ ਨਹੀਂ ਚੰਗਾ ਚਾਹੁੰਦੀਆਂ ਮੈਨੂੰ, ਖਰੇ ਕੀ ਗੱਲ ਹੈ ਕੀ ਨਹੀਂ। ਮੈਂ ਉੱਥੇ ਮੋਟਰੀਆਲ ਰਹਿੰਦਾ ਸੀ, ਜਿਹੜੇ ਗਿਆ ਹੈ ਉੱਥੇ ਮੈਨੂੰ ਲੈ ਕੇ, ਆ ਜਾ ਮੰਮੀ ਆ ਜਾ, ਰੋਟੀ ਚੰਗੀ ਮਿਲੂ। ਚੱਲ ਮੈਂ ਚੱਲ ਗਈ ਤੇ ਮੈਨੂੰ ਕਹਿੰਦਾ ਵੀ ਤੂੰ ਮੈਨੂੰ ਜ਼ਮੀਨ ਆਪਣੀ ਲਿਖਾ ਦੇ, ਤੈਨੂੰ ਇੱਕ ਹੋਰ ਸਿੰਘ ਭਾਰਿਆ ਉਹ ਦੇ ਦਾਂਗੇ ਤਾਂ ਉਹ ਜ਼ਿਆਦੀ ਹੈ, ਤੇ ਤੂੰ ਉਹ ਵੀ ਮਗਰੋਂ ਮੈਨੂੰ ਪਤਾ ਲੱਗਾ ਵੀ ਉਹ ਮੇਰੇ ਮੁੰਡਾ ਮਾਲਕ ਹੈ। ਤੁਹਾਡੀ ਜਿਹੜੀ ਜ਼ਮੀਨ ਸੀਗੀ ਤੁਹਾਡੇ ਘਰ ਵਾਲੇ ਦੇ ਮਰਨ ਤੋਂ ਬਾਅਦ ਤੁਹਾਡੇ ਨਾਂ ਹੋਣੀ ਸੀ 5ਵਾਂ ਹਿੱਸਾ, 4 ਹਿੱਸੇ ਬੱਚੇ ਜਾਣੀ ਸੀ, ਉਹ ਹੁਣ ਉਹ ਨਾਂ ਕਰਾ ਗਿਆ ਮੁੰਡਾ ਆਪਣੇ ਨਾਂ? ਉਹ ਸਾਰਿਆਂ ਨੇ ਦੇਖੋ ਜੀ, ਸਾਰਿਆਂ ਦੇ ਨਾਂ ਹੀ ਲੱਗ ਗਈ ਸੀ। ਹਾਂ ਮੇਰੀ ਸੱਸ ਸੀਗੀ, ਮੇਰੀ ਸੱਸ ਦੇ ਨਾਂ ਵੀ ਨਾ ਜ਼ਮੀਨ ਲਵਾਤੀ। ਮੈਂ ਕਿਹਾ ਮੈਂ ਸਾਂਭਣ ਵਾਲੀ ਵੀ, ਜੇ ਪੁੱਤ ਹੈ ਨਹੀਂ ਤੇ ਮੈਂ ਸਾਂਭਣ ਵਾਲੀ ਸੀਗੀ। ਤੇ ਇਹਨਾਂ ਨੇ ਕਹਿ ਕੂ ਕੇ ਉਹਨੂੰ ਜ਼ਮੀਨ ਉਹਦੇ ਨਾਂ ਲਵਾਤੀ, ਜਿਹੜੀ ਉਹਦੇ ਨਾਂ ਲੱਗੀ ਸੀ। ਤੇ ਉਹ ਜਿਹੜਾ ਹੁਣ ਇੰਡੀਆ ਗਿਆ ਆ, ਉਹਨੇ ਇਸ ਛੋਟੇ ਮੁੰਡੇ ਤੋਂ ਨਾਲ ਰਲ ਕੇ ਤਾਂ ਉਹਨੂੰ ਲਿਜਾ ਕੇ ਤੇ ਉਹਦੇ ਇੰਡੀਆ ਵਾਲੇ ਦੇ ਨਾਂ ਕਰਾ, ਜਿਹੜਾ ਇੰਡੀਆ ਗਿਆ ਉਹਦੇ ਨਾਂ ਕਰਾਤੀ ਸੀ ਇਹਨਾਂ ਨੇ। ਕਿੰਨੀ ਕੁ ਜ਼ਮੀਨ ਹੈ ਤੁਹਾਡੀ? ਸਾਡੀ ਹੋਣੀ ਹੈ 25 ਕੁ ਖੇਤ, ਤੇ ਇਹਨਾਂ ਨੇ ਫਿਰ ਸਾਡੇ ਹਿੱਸੇ ਆਉਂਦੀ ਜਿਹੜੀ ਸੀਗੀ, ਜਿੰਨੀ ਜਦੋਂ ਮੁੱਕੇ ਜਿੰਨੀ ਹਿੱਸੇ ਆਏ, ਉਹ ਉਹਨਾਂ ਨੂੰ ਮੇਰੀ ਸੱਸ ਦੀ ਜ਼ਮੀਨ ਇਹ ਮੁੰਡੇ ਨੇ ਜਿਹੜਾ ਇੰਡੀਆ ਗਿਆ ਇਹਨੇ ਨਾਲ ਲਵਾ ਲਿਆ ਸੀ। ਮਤਲਬ ਹੇਰਾ ਫੇਰੀ ਨਾਲ? ਹਾਂ ਹੇਰਾ ਫੇਰੀ। ਇਹਨੂੰ ਕਹਿੰਦਾ ਤੁਹਾਡੀ ਬੇਬੇ ਜੀ, ਤੁਹਾਡੀ ਜਿਹੜੀ ਜ਼ਮੀਨ ਆ ਤੁਹਾਡੇ ਇੱਕ ਮੁੰਡੇ ਨੇ ਲਵਾਈ ਜਾਂ ਤੁਸੀਂ ਆਪ ਮੁੰਡਿਆਂ ਨੂੰ ਦੇਤੀ ਆ? ਇਹ ਜਦੋਂ ਅਸੀਂ ਇਹ ਮੁੱਕੇ ਆ ਤਾਂ ਉਦੋਂ ਫਿਰ ਅਸੀਂ ਗਏ ਆ ਤਾਂ ਉਦੋਂ ਫਿਰ ਜ਼ਮੀਨ ਸਾਰਿਆਂ ਦੀ ਨਾਂ ਲੱਗ ਗਈ ਸੀਗੀ ਪੁੱਤਰ। ਨਹੀਂ ਉਹ ਜਦ ਮੁੱਕੇ ਆ ਜ਼ਮੀਨ ਜਿਹੜੀ ਸੀਗੀ ਉਹ ਤੁਹਾਡੀ ਜ਼ਮੀਨ 5 ਥਾਈ ਹੋਣੀ ਸੀ, 4 ਥਾਈ ਮੁੰਡਿਆਂ ਨੂੰ ਤੇ 5ਵਾਂ ਹਿੱਸਾ ਤੁਹਾਨੂੰ? ਨਹੀਂ 6ਵਾਂ ਲਾਈਕ ਨਹੀਂ 4 ਮੁੰਡੇ ਆ, 6ਵੀਂ ਮੇਰੀ ਸੱਸ ਸੀ ਨਾ। ਅੱਛਾ ਸੱਸ ਵੀ ਸੀਗੇ ਤੁਹਾਡੇ? ਹਾਂਜੀ। ਉਹ ਸਹੁਰਾ ਨਹੀਂ ਸੀਗੇ? ਨਹੀਂ ਸਹੁਰਾ ਹੈ ਨਹੀਂ ਸੀਗਾ, ਸਹੁਰਾ ਤਾਂ ਮੇਰੇ ਬਹੁਤ ਚਿਰ ਦੇ, ਜਦੋਂ ਇੰਗਲੈਂਡ ਲੜਾਈ ਲੱਗੀ ਉਦੋਂ। ਅੱਛਾ ਤੁਹਾਡੇ ਹੁਣ ਸਹੁਰਾ ਜੀ ਕਿੱਥੇ ਨੇ? ਉਹ ਵੀ ਪੂਰੇ ਹੋ ਗਏ? ਹਾਂਜੀ ਸਹੁਰਾ ਜਦੋਂ ਇੰਗਲੈਂਡ ਲੜਾਈ ਲੱਗੀ ਆ, ਇੰਗਲੈਂਡ ਤੋਂ ਆ ਕੇ ਵੀ ਇੱਥੇ ਇੰਡੀਆ ਵੀ ਲੜਾਈ ਲੱਗੀ, ਉਦੋਂ ਮੁੱਕ ਗਿਆ। ਤੁਹਾਡੀ ਸੱਸ ਜੀ ਕਦੋਂ ਸਵਰਗਵਾਸ ਹੋਏ ਨੇ? ਸੱਸ ਹੋਈ ਤਾਂ ਹੋ ਗਈ 7 ਸਾਲ ਹੋਏ ਸਵਰਗਵਾਸ ਹੋਏ। ਉਹਦੀ ਜ਼ਮੀਨ ਜਿਹੜੀ ਆ ਉਹ ਤੁਹਾਡੇ ਮੁੰਡੇ ਨੇ ਜਾਣ ਕੇ ਪੋਤੇ ਨੇ ਮਤਲਬ ਜ਼ਬਰਦਸਤੀ ਆਪਣੇ ਨਾਂ ਕਰਾ ਲਈ ਹੈ? ਜ਼ਬਰਦਸਤੀ ਨਹੀਂ, ਇਹਨਾਂ ਨੇ, ਮੈਨੂੰ ਪਤਾ ਨਹੀਂ ਸੀ ਹੁੰਦਾ, ਮੈਂ ਕੋਈ ਗੱਲ ਨਹੀਂ ਸੀ ਕਰਦੀ। ਇਹ ਜਿਹੜਾ ਮੇਰਾ ਛੋਟਾ ਮੁੰਡਾ ਉੱਥੇ ਰਹਿੰਦਾ ਸੀਗਾ, ਜਿੰਨਾ ਮੈਂ ਰਹਿਨੀ, ਇਹਨੂੰ ਕਹਿ ਕੇ ਤਾਂ ਇਹ ਉਹਨੂੰ ਲੈ ਗਿਆ, ਕਹਿੰਦਾ ਮੈਂ ਦਵਾਈ ਦੇਣ ਚੱਲਿਆ ਮਾਤਾ ਨੂੰ ਲੈਣ। ਤੇ ਮੈਂ ਕਿਹਾ ਚੱਲ ਠੀਕ ਆ, ਤੇ ਮੈਂ ਨਹੀਂ ਕੁਛ ਕਹਿੰਦੀ ਹੁੰਦੀ ਸੀ, ਮੇਰਾ ਤਾਂ ਕੰਮ ਨਾ ਬਾਹਰ ਸੀ। ਫਿਰ ਜਦ ਲੈ ਕੇ ਆਇਆ ਮੁੜ ਕੇ ਤਾਂ ਉਹਦਾ ਮਾਤਾ ਦਾ ਮੈਂ ਅੰਗੂਠਾ ਲੱਗਾ ਦੇਖਿਆ ਸੀ। ਮੈਂ ਕਿਹਾ ਮਾਤਾ ਤੂੰ ਮੇਰੇ ਪੁੱਤਾਂ 'ਚ ਫਸਾਦ ਪਾ ਚੱਲੀ ਆ। ਫਿਰ ਉਹ ਉਹਨੂੰ ਕਹੇ ਮੇਰੇ ਪੇਪਰ, ਮੈਂ ਕਿਹਾ ਹੁਣ ਪੇਪਰ ਪਾੜਨ ਦਾ ਕੀ ਫਿਰ, ਜਦ ਉੱਥੇ ਤਸੀਲੇ ਸਾਰਾ ਕੁਛ ਕਰ ਆਈਆਂ ਨਾ। ਫਿਰ ਮੈਂ ਇੱਕ ਇਹਨਾਂ ਦੇ ਮਾਸੀ ਦਾ ਮੁੰਡਾ ਸੀ ਭੋਗਪੁਰ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਚਰਨ ਵੀ ਆਹ ਕੰਮ ਮਾਤਾ ਦੇਖ ਲੈ ਕਰਕੇ ਆ ਗਈ ਹੈ। ਜੇ ਮੈਂ ਕਿਹਾ ਮਾਤਾ ਅੜ ਜਾਂਦੀ ਤੇ ਕਿਹੜੀ ਗੱਲ, ਸਾਰੇ ਮੇਰੇ 3 ਪੁੱਤਾਂ 'ਚ ਫਸਾਦ ਪੈ ਗਿਆ। ਇਹ ਫਸਾਦ ਪੈ ਵੀ ਗਿਆ ਸੀਗਾ ਹੁਣ ਹੈ। ਮਤਲਬ ਇੱਕ ਪੋਤੇ ਨੇ ਆਪਣੇ ਨਾਂ ਜ਼ਮੀਨ ਜਿਹੜੀ ਕਰਾ ਲਈ, ਜਿਸ ਕਰਕੇ ਫਸਾਦ ਜਿਹੜਾ ਹੈ ਸਾਰੇ ਪਰਿਵਾਰ ਦੇ ਵਿੱਚ ਪੈਣਾ ਸੰਭਵ ਹੈ, ਸੁਭਾਵਿਕ ਹੈ ਕਿ ਇੱਕ ਲੜਾਈ ਦਾ ਹੋਣਾ। ਜ਼ਮੀਨ ਦੇ ਬਦਲੇ ਬੜਾ ਕੁਛ ਹੁੰਦਾ। ਮਾਤਾ ਜੀ ਤੁਸੀਂ ਬਜ਼ੁਰਗ ਮਾਤਾ ਹੋ, ਤੁਹਾਡੀ 70 ਸਾਲ ਦੀ ਉਮਰ ਹੋ ਗਈ ਆ। ਅੱਛਾ ਹੁਣ ਤੁਹਾਨੂੰ ਤੁਸੀਂ ਇਕੱਲੇ ਰਹਿੰਦੇ ਹੁਣ ਇੱਥੇ ਕੈਨੇਡਾ 'ਚ? ਨਹੀਂ ਬੇਟਾ, ਮੈਂ ਤਾਂ ਛੋਟੇ ਬੇਟੇ ਨਾਲ ਰਹਿਣੀ, ਉਹ ਵੀ ਤੁਹਾਨੂੰ ਪਤਾ ਹੀ ਹੈ, ਮੈਂ
ਕਿ ਕਿਸੇ ਨੂੰ ਦੱਸ ਨਹੀਂ ਸਕਦੇ ਵੀ ਜਿੱਦਾਂ ਮੈਂ ਰਹਿੰਦੀ ਹਾਂ। ਨਹੀਂ ਹੁਣ ਤੁਹਾਡਾ ਛੋਟਾ ਬੱਚਾ ਕਿੱਥੇ ਆ? ਉਹ ਹੈ ਨੀ ਗਾ, ਇੱਥੋਂ ਗਿਆ ਹੈ ਕਿਤੇ ਕੰਮ ਤੇ। ਤੁਸੀਂ ਹੁਣ ਚੋਰੀ ਗੱਲ ਕਰ ਰਹੇ ਹੋ ਮੇਰੇ ਨਾਲ? ਹਾਂਜੀ ਹਾਂਜੀ, ਉਹ ਹੈ ਨੀ ਗੇ ਘਰ। ਉਹ ਮੈਂ ਤਾਂ ਹੀ ਤੁਹਾਡੇ ਨਾਲ ਗੱਲ ਕਰਦੀ ਵੀ ਮੇਰਾ ਹੋਰ ਨਾ ਕੁਛ ਹੋਵੇ ਨਾ। ਸੋ ਮਾਤਾ ਜੀ ਮੈਂ ਨਹੀਂ ਚਾਹੁੰਦਾ ਘਰ ਵਿੱਚ ਤੁਹਾਡੇ ਫਸਾਦ ਪਵੇ। ਔਰ ਹੁਣ ਤੁਹਾਨੂੰ ਤੁਸੀਂ ਤੁਹਾਡੇ ਜਿਸ ਬੱਚੇ ਨਾਲ ਤੁਸੀਂ ਆਪਣੇ ਬੱਚੇ ਨਾਲ ਰਹਿ ਰਹੇ ਹੋ ਉਹ ਤੁਹਾਡੀ ਲੁੱਕ ਆਫਟਰ ਕਰਦਾ ਪੂਰੀ? ਉਹ ਨਹੀਂ, ਉਹਨੂੰ ਮੈਂ ਦੱਸ ਦਿੱਤਾ ਹੈ। ਕੀ ਦੱਸਿਆ ਤੁਸੀਂ? ਸਵੇਰੇ ਦੱਸਤਾ, ਮੈਂ ਕਿਹਾ ਮੈਂ ਬਾਸੀ ਨਾਲ ਮੇਰੀ ਗੱਲਬਾਤ ਹੋ ਗਈ, ਮੈਂ ਗੱਲਬਾਤ ਕਰਨ ਲੱਗੀ ਆ। ਮੇਰਾ ਘਰ ਵੀ ਹੈ ਤੇ ਮੇਰੇ ਇੰਨਾ ਪੈਸਾ ਮੈਂ ਲਾ ਕੇ ਘਰ ਵੀ, ਮੈਂ ਬੇਟਾ ਕੰਮ ਵੀ ਇੱਥੇ ਕੀਤਾ, ਕੰਮ ਕਰਕੇ ਮੈਂ ਪੈਸਾ ਲਾ ਕੇ ਮੈਂ ਕਿਹਾ ਮੇਰਾ ਸਿਰ ਢਕਣਾ ਇੰਡੀਆ ਹੋ ਜੂ। ਜੱਦੀ ਘਰ ਆ ਉਹ ਸਾਡਾ ਰੇਲੂ ਦੇ ਵਿੱਚ। ਤੁਹਾਡਾ ਮਾਤਾ ਜੀ ਘਰ ਜਿਹੜਾ ਹੈ ਉਹ ਕਿਸੇ ਨੇ ਤੁਹਾਡੇ ਕਿਸੇ ਇੱਕ ਪੁੱਤਰ ਨੇ ਆਪਣੇ ਨਾਲ ਵਾ ਲਿਆ? ਉਹ ਜਿਹੜਾ ਘਰ ਹੁਣ ਬਣਿਆ, ਹੁਣ ਜਿਹੜਾ ਇੱਥੋਂ ਗਿਆ ਆ ਉਹ ਮਿਲਦਾ ਫਿਰਦਾ ਵੀ ਮੈਂ ਆਪਣੀ ਨਾਂ ਕਰਵਾ ਲਵਾਂ। ਨਹੀਂ ਹੋਣ ਦਿੰਦਾ ਮੈਂ। ਹੈ ਉਹ ਹੋਣ ਨਹੀਂ ਦੇਵਾਂਗਾ ਮੈਂ। ਉਹੋ ਹੀ ਮੈਂ ਤਾਂ ਸਿਰ ਢਕਣਾ ਪੁੱਤ ਆਪਣੇ ਜਾਣ ਨੂੰ। ਚੱਲ ਮੈਂ ਤੇ ਕਿੰਨੇ ਕਮਰੇ ਨੇ ਉਸ ਮਕਾਨ ਦੇ? ਉੱਥੇ ਕਮਰੇ 2 ਕਮਰੇ ਉੱਤੇ ਆ, ਉੱਤੇ ਥੋੜਾ ਜਿਹਾ ਬਣਿਆ ਉੱਤਾ, ਇੱਕ ਬਾਥਰੂਮ ਆ, ਇੱਕ ਥੱਲੇ ਕਮਰਾ, ਇੱਕ ਹੈਗਾ ਕਿਚਨ। ਇਹ ਜਿਹੜਾ ਤੁਸੀਂ ਮਕਾਨ ਬਣਾਇਆ ਆ, ਜਿਸ ਜ਼ਮੀਨ ਤੇ ਬਣਾਇਆ ਮਕਾਨ, ਹਾਂਜੀ ਹਾਂਜੀ, ਸੋ ਇਹ ਹੁਣ ਪੂਰਾ ਪਹਿਲਾਂ ਕੱਚਾ ਸੀ, ਇਹਨੂੰ ਢਾਹ ਕੇ ਬਣਾਇਆ ਨਵੇਂ ਸਿਰੋਂ। ਇਹ ਮਕਾਨ ਕਿਸੇ ਜਿਹੜੀ ਜ਼ਮੀਨ ਹੈ ਜੱਦੀ ਪੁਸ਼ਤੀ ਬਜ਼ੁਰਗਾਂ ਦੀ ਜਿਹੜੀ ਘਰ ਵਿੱਚ ਹੁੰਦੀ ਹੈ, ਪਿੰਡਾਂ ਵਿੱਚ ਹੁੰਦੀ ਹੈ, ਉਹਦੇ ਵਿੱਚ ਜਾਂ ਇਹ ਖੇਤਾਂ ਵਿੱਚ ਜ਼ਮੀਨ? ਨਹੀਂ ਘਰ ਜਿਹੜਾ ਰੀਰੂ ਪਿੰਡ ਘਰ ਹੈ, ਘਰਾਂ ਚ ਘਰ ਸਾਡੇ ਆ, ਸਾਡੇ 3 ਭਰਾ, ਇਹ 3 ਬਾਬੇ। ਇਹ ਲਾਲ ਲਕੀਰ ਦੇ ਅੰਦਰ ਹੈ ਉਹਦੇ ਵਿੱਚ ਤੁਸੀਂ ਇਹ? ਹਾਂਜੀ ਹਾਂਜੀ, ਲਾਲ ਲਕੀਰ ਦੇ ਅੰਦਰ ਆ। ਸੋ ਇਹ ਤੁਸੀਂ ਇਹ ਹੁਣ ਤੁਹਾਨੂੰ ਤੁਹਾਡਾ ਬੇਟਾ ਜਿਹੜਾ ਆ ਉਹ ਚ ਬਣ ਨਹੀਂ ਦਿੰਦਾ? ਉਹ ਜਾ ਕੇ ਹੁਣ ਕਬਜ਼ਾ ਕਰਦਾ। ਜਿਹੜੀ ਕੁੜੀ ਮੈਂ ਰੱਖੀ ਉਹਨੂੰ ਕਹਿੰਦਾ ਚਲ ਜਾ ਇੱਥੋਂ, ਮੈਂ ਇੱਥੇ ਬੈੱਡ ਬੁੱਡ ਲਾਉਣੇ ਆ। ਮੈਂ ਇਦਾਂ ਕੁੜੀ ਕੌਣ ਰੱਖੀ ਆ? ਕੁੜੀ ਮੈਂ ਰੱਖੀ ਉੱਥੇ ਸਾਡੇ ਅੱਗੇ ਵੀ ਰਹਿੰਦੀ ਸੀਗੀ ਰੈਂਟ ਤੇ, ਕਿਰਾਏ ਤੇ। ਉਹੋ ਹੀ ਕੁੜੀ ਮੈਂ ਅੱਗੇ ਦੂਸਰਾ ਇੱਕ ਹੋਰ ਸਾਡੇ ਪਰੇ ਬੇਲੀ ਹੁੰਦੀ ਸੀ ਤਾਂ ਪਸ਼ੂਆਂ ਰੱਖਣ ਨੂੰ, ਉਹ ਘਰ ਫਿਰ ਮੇਰੇ ਇਟਲੀ ਵਾਲੇ ਮੁੰਡੇ। ਤੁਹਾਡਾ ਮੁੰਡਾ ਗਿਆ ਤੇ ਉਹਨੂੰ ਜ਼ਬਰਦਸਤੀ ਕੱਢਦਾ ਹੈ ਤੇ ਮਤਲਬ ਉਹ ਘਰ ਤੇ ਕਬਜ਼ਾ ਕਰਨਾ ਚਾਹੁੰਦਾ ਤੁਹਾਡੇ ਦੱਸਣ ਦੇ ਮੁਤਾਬਕ? ਹਾਂ, ਜ਼ਬਰਦਸਤੀ। ਅੱਗੇ ਵੀ ਜ਼ਬਰਦਸਤੀ ਕਰਦਾ, ਉਦੋਂ ਬਣਦਾ ਸੀ, ਉਦੋਂ ਇਹਨੇ ਜਿੰਦਾ ਭੰਨਿਆ। ਫਿਰ ਮਿਸਤਰੀ ਨੇ ਗੱਲ ਕੀਤੀ, ਮਿਸਤਰੀ ਕਹਿੰਦਾ ਵੀ ਮੇਰੀ ਜ਼ਿੰਮੇਵਾਰੀ ਹੈ, ਇੱਥੇ ਜਿੰਦਾ ਨਹੀਂ ਤੂੰ ਭੰਨ ਸਕਦਾ ਆ ਕੇ। ਇਹ ਮੈਂ ਇਟਲੀ ਗਈ ਸੀ, ਮੈਨੂੰ ਕਹਿੰਦਾ ਰਿਹਾ। ਬੇਬੇ ਜੀ ਇੱਕ ਮੇਰਾ ਸਵਾਲ ਹੈ, ਮੈਂ ਚਾਹੁੰਦਾ ਕਿ ਤੁਸੀਂ 3 ਬੱਚਿਆਂ ਦੀ ਮਾਂ ਹੋ, ਤੁਹਾਡੀ ਉਮਰ ਹੁਣ 70 ਸਾਲ ਦੀ ਹੋ ਗਈ, ਕਿੰਨੀ ਕੁ ਉਮਰ ਬਾਕੀ ਹੈ ਔਰ ਤੁਸੀਂ ਤੰਦਰੁਸਤ ਹੋ, ਤੁਰੇ ਫਿਰਦੇ? ਵੈਸੇ ਤੁਹਾਨੂੰ ਕੋਈ ਕਿਸੇ ਬਿਮਾਰੀ ਦੀ ਸ਼ਿਕਾਇਤ ਤਾਂ ਨਹੀਂ? ਕੋਈ ਬਲੱਡ ਪ੍ਰੈਸ਼ਰ? ਨਹੀਂ ਪੁੱਤ ਨਹੀਂ, ਮੇਰੀ ਬਿਮਾਰੀ ਦੀ ਕੋਈ ਸ਼ਿਕਾਇਤ ਨਹੀਂ। ਇੱਕ ਬਲੱਡ ਪ੍ਰੈਸ਼ਰ ਹੁੰਦਾ, ਇੱਕ ਹੁਣ ਮੈਨੂੰ ਸ਼ੂਗਰ ਹੋ ਗਈ ਆ। ਤੇ ਮੈਂ ਉਦਾਂ ਚੱਲ ਆਪਣਾ, ਮੈਨੂੰ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਆਪਣਾ, ਮੈਂ ਚੱਕੀ ਫਿਰਦੀ ਆਪਣੀ ਰੋਟੀ। ਤੁਹਾਡੀ ਰੋਟੀ ਬਣਾ ਕੇ ਦਿੰਦੀ ਤੁਹਾਨੂੰ? ਨਹੀਂ, ਮੈਂ ਆਪੇ ਪਕਾਉਣੀ ਆਪਣੀ ਰੋਟੀ। ਉਹਨਾਂ ਦੀ ਵੀ ਬਣਾ ਦਿੰਨੀ ਆ ਕਈ ਵਾਰੀ। ਬਹੁਤ ਚੰਗੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਮਾਤਾ ਜੀ ਗੱਲ ਸੁਣੋ, ਤੁਸੀਂ ਆਪਣੀ ਨੂੰਹ ਕੰਮ ਤੇ ਜਾਂਦੀ ਆ? ਹਾਂਜੀ, ਥੱਲੇ ਇਹਨਾਂ ਦੇ ਬਣਾਇਆ ਆ ਹੌਸਪੀਟਲ, ਟਰੱਕਾਂ ਦਾ ਲੋੜ ਲਾੜ ਚ। ਬਹੁਤ ਦੇਖੋ ਮਾਤਾ ਜੀ, ਬਹੁਤ ਵਧੀਆ ਗੱਲ ਹੈ। ਘਰ ਵਿੱਚ ਪਾਕ ਔਰ ਘਰ ਦੇ ਵਿੱਚ ਬਜ਼ੁਰਗਾਂ ਦਾ ਭਾਵੇਂ ਬੈਠੇ ਰਹਿਣ, ਉਹਦੇ ਨਾਲ ਹੀ ਦੇਖਿਆ ਜਾਵੇ ਕਿ ਹੌਸਲਾ ਹੁੰਦਾ ਬੱਚਿਆਂ ਨੂੰ। ਤੁਹਾਡੀ ਨੂੰਹ ਨੂੰ ਬੜਾ ਹੌਸਲਾ ਹੋਣਾ, ਤੁਹਾਡੇ ਪੋਤਿਆਂ ਨੂੰ। ਸੋ ਗੱਲ ਸੁਣ ਪੁੱਤਰ ਜੀ, ਉਹ ਮੈਨੂੰ ਬੁਲਾਉਂਦੀ ਨਹੀਂ, ਮੈਨੂੰ ਉਹਨੇ ਇੱਕ ਵਾਰੀ ਇਹ ਧੱਕਾ ਦਿੱਤਾ ਸੀ, ਸਿੱਟ ਦਿੱਤਾ ਸੀਗਾ। ਤੇ ਮੈਂ ਕੁੜੀ ਜੇ ਜਾਂਦੀ ਸੀ ਸਕੂਲੇ ਤੇ ਮੈਂ ਉਹਨੂੰ ਕਹਿਤਾ, ਮੈਂ ਕਿਹਾ ਮੈਂ ਤੈਨੂੰ ਪੁੱਤ ਛੱਡਿਆ ਵਾ। ਤੇ ਉਹ ਕੁੱਟਦੀ ਸੀ ਉਹਨੂੰ, ਮੈਂ ਕਿਹਾ ਛੱਡਿਆ? ਕਹਿੰਦੀ ਹਾਂ। ਤੇ ਮੈਂ ਕਿਹਾ ਤੈਨੂੰ ਮੈਨੂੰ ਇਹਨੇ ਧੱਕਾ ਦਿੱਤਾ ਸੀਗਾ, ਸੋਫਾ ਜਾ ਵੈਸੇ ਤਾਂ ਧੱਕਾ ਜ਼ੋਰ ਨਾਲ ਦਿੱਤਾ। ਕਹਿੰਦੀ ਤੈਨੂੰ ਮੈਂ ਹੁਣੇ ਦੱਸ ਲਵਾਂ, ਮੈਂ ਉਦੋਂ ਤੋਂ ਨਾ ਉਹਨੇ ਮੈਨੂੰ ਬੁਲਾਇਆ ਨਾ ਮੈਂ ਬੁਲਾਇਆ। ਮੈਂ ਰੋਟੀ ਪਾਣੀ ਜ਼ਰੂਰ ਬਣਾ ਦਿੰਦੀ ਆ। ਤੁਹਾਨੂੰ ਧੱਕਾ ਮਾਰਿਆ? ਧੱਕਾ ਮਾਰ ਤੁਹਾਨੂੰ ਛੱਡ ਦਿੱਤਾ ਉਹਨੇ? ਹਾਂਜੀ, ਮਤਲਬ ਤੁਸੀਂ ਉਦੋਂ ਦੇ ਬੁਲਾਉਂਦੇ ਨਹੀਂਗੇ? ਨਾ ਮੈਂ ਗੱਲ ਕਰਨੀ ਕੋਈ, ਨਾ ਬੀਬੀ ਕਿ ਮੈਂ ਕੋਈ ਗੱਲ। ਤੁਸੀਂ ਕੋਈ ਸੱਟ ਮਹਿਸੂਸ ਕਰਦੇ ਉਦੋਂ ਦੀ? ਹੈ ਤੁਸੀਂ ਸੱਟ ਵਗੈਰਾ ਮਹਿਸੂਸ ਕਰ? ਤੁਹਾਡੇ ਇਹਨੇ ਮੈਨੂੰ, ਹਾਂ ਮੇਰੇ ਸੱਟ ਤੇ ਪਿੱਛੇ ਢੂਈ ਤੇ ਮਾੜ ਜੀ ਲੱਗੀ ਸੀਗੀ। ਉਹ ਮੈਂ ਹੌਲੀ ਮੈਂ ਹੁਣ ਥੋੜੀ ਠੀਕ ਆ। ਮੈਂ ਨਹੀਂ ਕਹਿੰਦੀ ਨਹੀਂ ਮੈਂ ਠੀਕ ਆ, ਚਲੋ ਜੋ ਹੋ ਗਿਆ ਮੈਂ ਤਾਂ ਕਹਿੰਦੀ ਠੀਕ ਆ। ਮਾਤਾ ਜੀ ਸਰੀਰ ਤੇ ਡਿੱਗਣ ਨਾਲ ਕਈ ਵਾਰੀ ਛੋਟੀ ਜਿਹੀ ਸੱਟ ਜਿਹੜੀ ਹੁੰਦੀ ਹੈ ਸੀਰੀਅਸ ਰੂਪ ਧਾਰਨ ਕਰ ਲੈਂਦੀ ਆ। ਹੱਡੀ ਤੇ ਸੱਟ ਲੱਗ ਜਾਣੀ, ਬੈਕ ਤੇ, ਇਹ ਫਿਰ ਦਰਦ ਬਹੁਤ ਚਿਰਾਂ ਬਾਅਦ ਜਿਹੜਾ ਮਹਿਸੂਸ ਹੁੰਦਾ ਆ। ਔਰ ਤੁਹਾਡੀ ਰੀੜ੍ਹ ਤੇ ਹੱਡੀ ਤੇ ਸੱਟ ਲੱਗ ਗਈ ਹੈ, ਜਾਂ ਤੁਹਾਡੇ ਸਿਰ ਵਿੱਚ ਸੱਟ ਲੱਗ ਜਾਵੇ ਤਾਂ ਤੁਹਾਡੀ ਜਾਨ ਜਾ ਸਕਦੀ ਹੈ। ਲੇਟਰ ਔਨ ਕਰਾਊਡ ਵਗੈਰਾ ਪੈਦਾ ਹੋ ਸਕਦੇ ਨੇ। ਸੋ ਜੇ ਤੁਸੀਂ ਐਸੀ ਹਾਲਤ ਵਿੱਚ ਹੋ, ਇਹ ਕਦੋਂ ਦੀ ਗੱਲ ਹੈ, ਕਦੋਂ ਧੱਕਾ ਦਿੱਤਾ ਤੁਹਾਡੀ ਨੂੰਹ ਨੇ? ਇਹ ਤਾਂ ਹੋ ਗਿਆ 7-8 ਸਾਲ ਹੋ ਗਏ। 8 ਸਾਲ ਹੋ, ਪੁਰਾਣੀ ਗੱਲ ਹੈ। ਹੁਣ ਤੁਹਾਡੀ 8 ਸਾਲ ਤੋਂ ਨੂੰਹ ਬੋਲਦੀ ਨਹੀਂ ਗੀ ਤੁਹਾਡੇ ਨਾਲ? ਨਹੀਂ
ਮੈਂ ਵੀ ਨਹੀਂ ਪਤਾ ਨੇ, ਮੈਂ ਸੱਚੀ ਦੱਸਦੀ, ਮੈਂ ਬੁਲਾਉਂਦੀ ਨਹੀਂ, ਕਿਉਂ ਮੈਂ ਰੋਟੀ ਪਾਣੀ ਸਾਰਾ ਕੁਝ ਬਣਾ ਦਿੰਨੀ ਆ ਤੇ ਚੱਕ ਕੇ ਤੁਹਾਡਾ ਖਾਣਾ ਬਣਾਇਆ ਹੋਇਆ ਖਾ ਲੈਂਦੀ ਆ? ਹਾਂਜੀ ਹਾਂਜੀ, ਸਾਰਾ ਕੁਝ ਚੱਕ ਕੇ ਖਾਂਦੀ। ਤੁਹਾਡੇ ਘਰੇ ਪੈਰੀ ਹੱਥ ਲਾਉਂਦੀ ਆ? ਤੁਹਾਨੂੰ ਕਦੇ ਜੱਫੀ ਵਿੱਚ ਕੜਾਵੇ ਵਿੱਚ ਰਹਿੰਦੀ ਆ? ਨਾ ਨਾ ਨਾ। ਕੱਪੜੇ ਵਗੈਰਾ ਧੋ ਲੈਂਦੀ ਤੁਹਾਡੇ, ਪ੍ਰੈਸ ਕਰ ਦਿੰਦੀ ਆ? ਨਾ 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 ਨਾ। ਕਦੇ ਨਹੀਂ ਕਹਿੰਦੀ ਬੀਜੀ ਠੀਕ ਹੋ, ਚਾਹ ਦਾ ਕੱਪ ਬਣਾ ਕੇ ਦਿੰਦੀ ਤੁਹਾਨੂੰ? ਨਾ। ਤੁਹਾਡੇ ਸਿਰ ਵਿੱਚ ਤੇਲ ਵਗੈਰਾ ਚੱਸਦੀ ਆ? ਨਾ ਨਾ, ਕੁਛ ਨਹੀਂ। ਤੁਹਾਡੀ ਤੜੀਆਂ ਨੂੰ ਤੁਹਾਡੇ ਮਾਲਿਸ਼ ਵਗੈਰਾ ਕਰਦੀ ਆ? ਨਹੀਂ ਨਹੀਂ ਨਹੀਂ, ਇਹ ਮੈਂ ਵੀ ਕੋਈ ਕੰਮ ਮੇਰੇ ਉਹ ਕੰਨੇ ਮੇਰੇ ਕੁਛ ਨਹੀਂ ਕਰਦੀ ਹੈਨਾ। ਤੇ ਉਹ ਵੀ ਮੈਂ ਵੱਡੇ ਉਧਰਲੇ ਜਿਹਨੇ ਮੈਨੂੰ ਸੱਦਿਆ, ਉਸ ਮੁੰਡੇ ਨੂੰ ਮੈਨੂੰ ਬੈੱਡ ਲਿਆ ਕੇ ਦਿੱਤਾ ਇੱਥੇ। ਇਹ ਤੁਹਾਡੇ ਜਿਹੜੀ ਤੁਹਾਨੂੰ ਪੈਨਸ਼ਨ ਆਉਂਦੀ ਹੈ, ਇਹ ਕੌਣ ਰੱਖਦਾ ਫਿਰ? ਇਹ ਪੈਨਸ਼ਨ ਲਿਆਉਂਦੀ ਤਾਂ ਮੈਂ ਹੀ ਆ, ਮੈਂ ਘਰ ਤੇ ਉੱਥੇ ਲਾਉਂਦੀ ਰਹੀ ਆ ਪਹਿਲਾਂ। ਉਹ ਪੈਨਸ਼ਨ ਮੇਰੇ ਤੋਂ ਹੁਣ ਜਿਹੜੀ ਪੈਨਸ਼ਨ ਜਿਹੜੀ ਆਉਂਦੀ ਤੁਹਾਡੀ, ਤੁਸੀਂ ਆਪ ਬੈਂਕ ਚੋਂ ਕਢਾ ਕੇ ਤੁਸੀਂ ਆਪ ਖਰਚਦੇ ਹੋ? ਆਪਣੇ ਤੁਹਾਡੇ ਪੋਤੇ ਤੁਹਾਡੇ ਨਾਲ ਬੋਲਦੇ ਆ? ਉਹ ਬੇਟਾ ਮੈਂ ਖਰਚਦੀ ਨਹੀਂ, ਮੇਰਾ ਤਾਂ ਇੰਡੀਆ ਘਰ ਬਣਨ ਵਾਲਾ ਅਜੇ ਰਹਿੰਦਾ। ਸਮਝ ਗਿਆ। ਜਿੰਨੇ ਆਉਂਦੇ ਆ ਸਮਝ ਗਿਆ। ਤੁਸੀਂ ਮਾਤਾ ਜੀ ਆਪਣੇ ਜਿੱਥੇ ਹੁਣ ਘਰ ਵਿੱਚ ਰਹਿੰਦੇ ਹੋ, ਇੱਥੇ ਤੁਹਾਨੂੰ ਪਤਾ ਹਰ ਚੀਜ਼ ਦੀ ਮੁੱਲ ਦੀ ਹੈ, ਦੁੱਧ ਵੀ ਮੁੱਲ ਦਾ, ਆਟਾ ਮੁੱਲ ਦਾ, ਦਾਲਾਂ ਮੁੱਲ ਦੀਆਂ, ਸਾਰਾ ਕੁਝ ਮੁੱਲ ਦਾ। ਤਾਂ ਤੁਸੀਂ ਜਿਸ ਘਰ ਰਹਿੰਦੇ ਹੋ, ਬੱਚੇ ਨੂੰ 300-400 ਰੁਪਇਆ ਮਹੀਨੇ ਦਿੰਦੇ ਹੋ? ਨਹੀਂ, ਮੈਂ ਤਾਂ 5000 ਰੁਪਇਆ ਨੂੰ ਇਕੱਠਾ ਹੀ ਦਿੱਤਾ ਹੈ ਸਾਲ ਦਾ। ਹਾਂ, 5000 ਰੁਪਇਆ ਮੈਨੂੰ ਦਿੱਤਾ, ਠੀਕ ਹੈ। ਬਾਕੀ ਮੇਰੀ ਜਿਹੜੀ ਜਾਇਦਾਦ ਤੇ ਸਾਰਾ ਕੁਝ ਹੀ ਹੈ ਇਹਨਾਂ ਜੋਗਾ ਹੀ ਹੈ ਹਨਾ। ਬਾਕੀ ਆ ਜਿਹੜੇ ਘਰ ਬਣਾਉਣੀ ਸੀਗੀ, ਇਹ ਮੈਂ ਆਪਣੇ ਰਹਿਣ ਹੀ ਮਗਰੋਂ ਇਹਨਾਂ ਨੇ ਸਾਂਭਣਾ ਸੀਗਾ। ਜੇ ਉਹ ਜੋਰਾਵਾਰ ਸੀ, ਇੱਕੋ ਜੋਰਾਵਾਰ ਕਰੀ ਜਾਂਦਾ ਤਾਂ ਫਿਰ ਮੈਂ ਕੀ ਕਰ ਸਕਦੀ ਹੈ ਨਾ। ਤੁਹਾਨੂੰ ਪਤਾ ਕਿ ਮਾਤਾ ਜੀ, ਜੇ ਤੁਹਾਡੇ ਦਰਦ ਹੋ ਰਿਹਾ ਤਾਂ ਮੈਨੂੰ ਪੁਲਿਸ ਨੂੰ ਫੋਨ ਕਰਨਾ ਪੈਣਾ, ਬਹੁਤ ਜ਼ਰੂਰੀ ਹੈ। ਲਾਅ ਇੱਥੇ ਕੈਨੇਡਾ ਦੇ ਵਿੱਚ ਕਿ ਤੁਸੀਂ ਮੈਨੂੰ ਇਨਫੋਰਮ ਕੀਤਾ ਕਿ ਤੁਸੀਂ ਕਲੇਮ ਕੀਤਾ ਕਿ ਤੁਸੀਂ ਅਨਪੜ੍ਹ ਹੋ, ਤੁਹਾਨੂੰ ਪਤਾ ਨਹੀਂ ਹੈ। ਤਾਂ ਜੇ ਤੁਸੀਂ ਦਰਦ ਮਹਿਸੂਸ ਕਰ ਰਹੇ ਹੋ ਤਾਂ ਮੇਰੇ ਕੋਲ ਮੈਨੂੰ ਕਾਲ ਕਰਨਾ ਪੈਣਾ ਪੁਲਿਸ ਨੂੰ। ਨਹੀਂ, ਮੇਰੇ ਦਰਦ ਨਹੀਂ ਹੁੰਦੀ, ਮੈਂ ਤੁਹਾਨੂੰ ਐਵੇਂ ਝੂਠ ਕਹਾਂ, ਮੈਂ ਝੂਠ ਨਹੀਂ ਬੋਲਣਾ। ਤੁਸੀਂ ਸ਼ੋਰ ਕਹਿ ਰਹੇ ਹੋ ਕਿ ਤੁਹਾਡੇ ਦਰਦ ਨਹੀਂ ਹੋ ਰਿਹਾ ਕੋਈ? ਹਾਂਜੀ, ਮੈਂ ਝੂਠ ਨਹੀਂ ਬੋਲਣਾ ਕਿਸੇ ਗੱਲ ਦੇ ਬਾਰੇ, ਕਿ ਮੈਂ ਮਹਾਰਾਜ ਨੂੰ ਮੰਨਦੀ, ਮੇਰਾ ਗੁਰੂ ਏਡਾ ਵੱਡਾ, ਮੈਂ ਨਹੀਂ ਝੂਠ ਬੋਲ ਸਕਦੀ। ਕਿਉਂਕਿ ਜੇ ਤੁਸੀਂ ਕੁਝ ਮਹਿਸੂਸ ਕਰਦੇ ਤਾਂ ਮੇਰਾ ਹੱਕ ਹੈ ਇਹ ਪੁਲਿਸ ਨੂੰ ਫੋਨ ਕਰਨ ਦਾ, ਔਰ ਉਸ ਤੋਂ ਬਾਅਦ ਕਾਰਵਾਈ ਪੁਲਿਸ ਨੇ ਕਰਨੀ ਹੈ। ਔਰ ਮੈਂ ਨਹੀਂ ਚਾਹੁੰਦਾ ਘਰ ਦੇ ਵਿੱਚ ਕਿਸੇ ਦੀ ਮੈਂ ਲੜਾਈ ਪਾਵਾਂ, ਪਰ ਕਾਨੂੰਨ ਦੇ ਮੁਤਾਬਕ ਜਿਹੜੀ ਮੇਰੀ ਜੌਬ ਹੈ ਉਹਨੂੰ ਮੈਂ ਫੋਲੋ ਕਰਨਾ, ਔਰ ਮੈਂ ਸੋਸ਼ਲ ਵਰਕਰ ਜਿਹੜਾ ਹੈ ਤੁਹਾਡੇ ਘਰ ਭੇਜ ਸਕਦਾ। ਮੇਰੇ ਹੋਰ ਤਾਂ ਕੋਈ ਮਤਲਬ ਨਹੀਂ, ਮੇਰਾ ਉਹ ਇੰਡੀਆ ਵਾਲਾ ਹੀ ਮਤਲਬ ਲਿਆ ਮੈਂ। ਨੋ ਪ੍ਰੋਬਲਮ, ਵੀ ਵਿਲ ਬੀ ਇਸ਼ੂ ਦ ਟੂ ਸਰ ਸਾਹਿਬ। ਤੁਸੀਂ ਕਾਈਂਡਲੀ ਮਾਈਕ ਟੇਕ ਸੈਕਿੰਡ ਲੈ ਆਉਂਗੇ? ਮਾਈਕ ਤੇ ਆਓ ਪਲੀਜ਼, ਕਮ ਟੂ ਮਾਈਕ। ਔਰ ਕੁਝ ਪੁਆਇੰਟ ਨੋਟ ਕਰ ਲਓ। ਮਾਤਾ ਜੀ ਦੇ 8 ਸਾਲ ਪਹਿਲਾਂ ਇਹਨਾਂ ਦੀ ਨੋ ਰਾਣੀ ਨੇ ਧੱਕਾ ਦਿੱਤਾ, ਸੱਟ ਲੱਗੀ, ਇਹਨਾਂ ਨੇ ਮਹਿਸੂਸ ਕੀਤਾ, ਔਰ ਸੱਸ ਇਹ ਹੁਣ ਕਲੇਮ ਕਰ ਰਹੇ ਕਿ ਡਰਦੇ ਕਹਿ ਰਹੇ, ਜੇ ਨਹੀਂ ਕਰ ਰਹੇ, ਬਟ ਮੇਕ ਸ਼ੋਰ ਕਿ ਜੇ ਮਹਿਸੂਸ ਕੀਤਾ ਤਾਂ ਸੋਸ਼ਲ ਵਰਕਰ ਜਿਹੜਾ ਸਾਨੂੰ ਇਨਵੋਲਵ ਕਰਨਾ ਪਵੇਗਾ, ਕਿਉਂਕਿ ਇਹ ਬਜ਼ੁਰਗ ਨੇ ਔਰ ਸਾਡੀ ਡਿਊਟੀ ਬਣਦੀ ਹੈ। ਜੇ ਨਹੀਂ ਇਨਵੋਲਵ ਕਰਾਂਗੇ ਤਾਂ ਇਹ ਕਾਨੂੰਨ ਸਾਨੂੰ ਆਗਿਆ ਨਹੀਂ ਦਿੰਦਾ। ਸੋ ਅਸੀਂ ਇੱਥੇ ਐਕਸ਼ਨ ਜਿਹੜਾ ਆ ਉਹ ਲੈ ਸਕਦੇ ਆ। ਸੋ ਬਾਕੀ ਗੱਲ ਰਹੀ ਮਾਤਾ ਜੀ ਕਿ ਤੁਹਾਡੀ ਪ੍ਰੋਬਲਮ ਜਿਹੜੀ ਆ ਹੁਣ ਪਿੰਡ ਦੀ ਆ, ਤੁਹਾਡੇ ਖੇਤ ਜਿਹੜੇ ਆ ਕਿੰਨੇ ਤੁਹਾਡੇ ਨਾਂ? 2 ਖੇਤ ਆਉਂਦੇ, 3 ਖੇਤ ਆਉਂਦੇ ਤੁਹਾਡੇ? ਸਾਡੇ ਮੇਰੇ ਖੇਤ 3.5 ਪੌਣੇ 3 ਖੇਤ ਮੇਰੇ ਨਾਂ ਆਉਂਦੇ। ਓਕੇ, ਸੋ ਉਹਨਾਂ ਦੇ ਉੱਪਰ ਕੋਈ ਕਬਜ਼ਾ ਕਰ ਰਿਹਾ ਇਸ ਵੇਲੇ? ਹਾਂ, ਉਹਦੇ ਕੋਲ ਹੀ ਮੈਂ ਐਤਕੀ ਫੀਸ ਛੜਾਈ ਸੀਗੀ, ਮੇਰਾ ਪਿੰਡ ਇੰਡੀਆ ਦਾ ਮਾਤਬਲ ਪੂਰਾ ਕਰੋ, ਮੈਂ ਉਹ ਐਤਕੀ ਛੜਾਈ ਸੀ। ਹੁਣ ਜਾ ਕੇ ਉਹਨੇ ਫੇਰ ਲੈ ਠੇਕੇ ਤੇ ਦੇ ਕੇ ਤੇ ਪੈਸੇ ਲੈ ਲਏ। ਹੁਣ ਮੈਂ ਕੀ ਕਰ ਸਕਦੀ? ਮੈਂ ਤਾਂ ਮੇਰਾ ਇਹ ਤੁਸੀਂ ਕੀ ਚਾਹੁੰਦੇ ਹੋ ਮੇਰੇ ਕੋਲੋਂ? ਕੀ ਚਾਹੁੰਦੇ ਹੋ? ਤੁਸੀਂ ਕੀ ਚਾਹੁੰਦੇ? ਮੈਂ ਇਹ ਕਹਿੰਦੀ ਵੀ ਮੇਰਾ ਕਾਬਜ਼ਾ ਮੇਰੀ ਜ਼ਮੀਨ ਦਾ ਮੇਰੇ ਕੋਲ ਹੋਵੇ। ਠੀਕ ਹੈ ਜੀ, ਨੋ ਪ੍ਰੋਬਲਮ। ਤੇ ਤੁਹਾਡਾ ਪਿੰਡ ਰੇਡੂ ਆ, ਠੀਕ ਹੈ ਨਾ? ਤੁਹਾਡੀ ਜਿਹੜੀ ਜ਼ਮੀਨ ਕੌਣ ਬਾਹਰ ਹੈ ਇਸ ਵੇਲੇ? ਜ਼ਮੀਨ ਅਸੀਂ ਦੁੱਗਰੀ ਜਾ ਕੇ, ਦੁੱਗਰੀ ਪਿੰਡ ਕਰਤਾਰਪੁਰ ਲੱਗੇ ਆ, ਉੱਥੇ ਲਈ ਹੋਈ ਆ। ਨਹੀਂ, ਤੁਹਾਡੀ ਜ਼ਮੀਨ ਬਾਹਦਾ ਕੌਣ ਹੈ ਹੁਣ? ਜ਼ਮੀਨ ਜਿਹੜੀ ਕਿਉਂ ਨਹੀਂ ਪਤਾ ਨਹੀਂ ਮੈਨੂੰ ਹੁਣ ਕੌਣ, ਜਿਹੜਾ ਪਹਿਲਾਂ ਬਾਹਦਾ ਉਹਦੇ ਛੱਡਤੀ, ਹੁਣ ਨਹੀਂ ਮੈਨੂੰ ਪਤਾ। ਹੁਣ ਮੈਂ ਫੋਨ ਵੀ ਨਹੀਂ ਕਦੀ ਕੀਤਾ ਵੀ ਕਿਹਨੂੰ ਬਾਹਦਾ। ਤੁਸੀਂ ਮਦਦ ਕੀ ਚਾਹੁੰਦੇ ਹੋ ਕਿ ਜ਼ਮੀਨ ਜਿਹੜੀ ਆ ਤੁਹਾਡੇ, ਤੁਸੀਂ ਕਿਹਨੂੰ ਦੇਣੀ ਚਾਹੁੰਦੇ ਜ਼ਮੀਨ ਜਿਹੜੀ? ਬੋਲੋ। ਮੈਂ ਕੋਈ ਬੰਦਾ ਹੁਣ ਆਪਣਾ ਠੇਕੇਦਾਰ, ਕੋਈ ਚੰਗਾ ਬੰਦਾ ਤੁਹਾਡੇ ਪੇਕੇ ਵੱਲੋਂ, ਕੋਈ ਤੁਹਾਡਾ ਭਤੀਜਾ, ਭਾਣਜਾ, ਭਾਣਜੀ ਕੋਈ ਹੈ ਇੰਡੀਆ ਵਿੱਚ? ਸਾਡੇ ਸਾਰੇ ਬਾਹਰ ਆਏ ਹੋਏ ਆਏ। ਮਤਲਬ ਤੁਸੀਂ ਕਿਹਨੂੰ ਚਾਹੁੰਦੇ ਹੋ ਕਿ ਜ਼ਿੰਮੇਵਾਰੀ ਦੇਣਾ? ਬੋਲੋ, ਦੱਸੋ, ਮੈਂ ਤੁਹਾਡੀ ਹੈਲਪ ਕਰਨ ਨੂੰ ਤਿਆਰ। ਮੈਂ ਰਾਈਟ ਟੂ ਐਸਐਸਪੀ ਸਾਹਿਬ ਨੂੰ ਮੈਂ ਗੱਲ ਕਰ ਰਿਹਾ, ਕਿਉਂਕਿ ਐਸਐਸਪੀ ਜਲੰਧਰ ਦੇ ਬਹੁਤ ਹੀ, ਮੇਰੀ ਇਕੱਲੇ ਗੱਲ ਹੋਈ ਰਾਤੀ ਉਹਨਾਂ ਨਾਲ, ਬਹੁਤ ਹੀ ਅਫਸਰ ਚੰਗੇ ਨੇ। ਮੈਂ ਉਹਨਾਂ ਨੂੰ ਰਾਈਟ ਵੇ ਤੁਹਾਡੇ ਕੋਲ ਉਸਕੇ ਵਿਕਟਮ ਤੁਸੀਂ ਤੁਹਾਡੇ ਸਾਈਨ ਕਰਾ ਕੇ ਮੈਂ ਭੇਜ ਦਿੰਦਾ ਤਾਂ ਪੁਲਿਸ ਰਾਈਟ ਵੀ ਐਕਸ਼ਨ ਲਵੇਗੀ, ਔਰ ਮੈਂ ਤੁਹਾਨੂੰ ਗਾਰੰਟੀ ਕਰਦਾ ਕਿ ਐਕਸ਼ਨ ਫਾਸਟ ਹੋਣਗੇ। ਔਰ ਇਹਦੇ ਵਿੱਚ ਕੋਈ ਪੈਸਾ ਇਨਵੋਲਵ ਨਹੀਂ ਹੈ ਤੁਹਾਡਾ,
ਹਾਂਜੀ ਤੁਹਾਨੂੰ ਇੱਕ ਵੀ ਸੈਂਟ ਲਾਉਣ ਦੀ ਲੋੜ ਨਹੀਂ ਸਰ, ਤੁਸੀਂ ਸਿਗਨੇਚਰ ਕਰਨੇ ਆ ਔਰ ਤੁਸੀਂ ਚਾਹੁੰਦੇ ਹੋ ਕਿ ਪੁਲਿਸ ਨੂੰ ਇਨਵੋਲਵ ਕਰਨਾ ਪੰਜਾਬ ਦੀ ਨੂੰ? ਹਾਂਜੀ, ਤੂੰ ਮੇਰੇ ਜ਼ਮੀਨ ਦਾ ਤੇ ਕਬਜ਼ਾ ਤੇ ਕਰਾਓਗੇ, ਨਾਲੇ ਮੇਰਾ ਘਰ ਤਾਂ ਛਡਾਓਗੇ। ਤੁਸੀਂ ਸਾਈਨ ਕਰਨ ਨੂੰ ਤਿਆਰ ਹੋ ਆਪਣੀ ਜ਼ਮੀਨ ਦਾ ਹੱਕ ਲੈਣ ਨੂੰ? ਹਾਂਜੀ, ਮੈਂ ਕਰਨ ਤਿਆਰ ਵੀ ਮੇਰੀ ਜ਼ਮੀਨ ਮੇਰੀ ਛੱਡ ਦੇਵੇ। ਨੋ ਪ੍ਰੋਬਲਮ। ਮੈਂ ਤੁਹਾਡੇ ਬੇਟੇ ਦਾ ਜਿਹੜਾ ਨੰਬਰ ਇੰਡੀਆ ਦਾ ਹੈ, ਤੁਹਾਡਾ ਬੇਟਾ ਜਿਹੜਾ ਇੰਡੀਆ ਵਿੱਚ ਹੈ, ਮੇਰੇ ਕੋਲ ਉਹਦਾ ਨੰਬਰ ਹੈ ਨਹੀਂ। ਨੋ ਪ੍ਰੋਬਲਮ, ਅਸੀਂ ਫਾਈਂਡ ਆਊਟ ਕਰ ਲਵਾਂਗੇ, ਡੋਂਟ ਵਰੀ। ਹਾਂਜੀ ਹਾਂਜੀ, ਜੇ ਮੈਂ ਜ਼ਿੰਮੇਵਾਰੀ ਦਊਂ, ਡੋਂਟ ਵਰੀ, ਬੀਜ਼ੀ ਫਿਕਰ ਨਾ, ਘਬਰਾਓ ਨਾ। ਔਰ ਤੁਸੀਂ ਤੁਰੇ ਫਿਰਦੇ ਹੋ, ਮਤਲਬ ਤੁਰਨ ਫਿਰਨ ਵਿੱਚ ਕੋਈ ਤਕਲੀਫ ਤਾਂ ਤੁਹਾਨੂੰ? ਨਹੀਂ, ਮੈਨੂੰ ਕੋਈ ਤਕਲੀਫ ਨਹੀਂ। ਖਾਂਦੇ ਪੀਂਦੇ ਬਿਲਕੁਲ? ਹਾਂਜੀ, ਮੈਂ ਖਾਂਦੀ ਆ, ਰੋਟੀ ਪਾਣੀ ਵੀ ਖਾਂਦੀ ਆ। ਕੋਈ ਡਾਕਟਰ ਦੇ ਆਉਣ ਜਾਣ ਦੀ ਕੋਈ ਪ੍ਰੋਬਲਮ ਤਾਂ ਤੁਹਾਨੂੰ? ਡਾਕਟਰ ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਂ ਇੱਥੇ ਬੱਸੇ ਪੈਣੀ ਆ, ਉੱਥੇ ਡਾਕਟਰ ਤੇ ਚੱਲ ਜਾਂਦੀ, ਦਵਾਈ ਲਿਖਾ ਲੈਣੀ, ਇੱਥੇ ਆ ਜਾਂਦੀ। ਤੁਸੀਂ ਰਹਿੰਦੇ ਕਿੱਥੇ ਹੋ ਹੁਣ? ਇੱਥੇ ਕਿਹੜੇ ਸ਼ਹਿਰ ਚ? ਬ੍ਰੈਂਪਟਨ ਚ? ਐਕਚੁਅਲ ਚ ਰਹਿੰਦੇ ਆ, ਲੌਂਗ ਬ੍ਰੈਂਪਟਨ ਆ, ਸਕੂਲ ਦੇ ਲਾਗੇ। ਹਸਪੀਟਲ ਦੇ ਕੋਲ? ਨਹੀਂ, ਸਕੂਲ ਦੇ ਲਾਗੇ। ਸਕੂਲ ਕਿਹੜੇ ਮਾਤਾ ਜੀ? ਬਹੁਤ ਸਕੂਲ ਨੇ। ਹਾਂ, ਇਹ ਸਕੂਲ ਹੈਗਾ ਆ, ਕੀ ਹੁਣ ਬਣਿਆ ਇਹੋ ਲਾਗੇ ਛਾਗੇ ਕੋਈ ਵੱਡਾ ਮਾਲ, ਕੋਈ ਨਾਂ ਸਟਰੀਟ ਦਾ ਪਤਾ ਕੁਛ ਤੁਹਾਨੂੰ? ਤੁਹਾਨੂੰ ਪਤਾ ਕੋਈ ਸੜਕ ਦਾ ਨਾਮ, ਕੋਈ ਪਾਰਕ ਲਾਗੇ ਜਾਂ ਕੋਈ ਪਲਾਜ਼ਾ ਜਾਂ ਇੰਡੀਅਨ ਸਟੋਰ ਲਾਗੇ? ਕੋਈ ਨਹੀਂ ਸਟੋਰ ਲਾਗੇ, ਤਾਂ ਸਿਰਫ ਸਕੂਲ ਆ ਇੱਥੇ ਬਣਿਆ ਹੁਣ। ਓਕੇ ਮਾਤਾ ਜੀ, ਹੋਲਡ ਰੱਖੋ ਲਾਈਨ, ਔਰ ਮੈਂ ਬਹੁਤ ਜਲਦੀ ਵਾਪਸ ਆਣ ਲਾਈਨ ਹੋਲਡ ਰੱਖਣਾ। ਔਰ ਤੁਹਾਡੀਆਂ ਇਹ ਪ੍ਰੋਬਲਮ ਮੈਂ ਸੁਣ ਲਈਆਂ ਨੇ, ਇਹਨਾਂ ਤੇ ਅਸੀਂ ਗੌਰ ਹੀ ਨਹੀਂ ਫਰਮਾਵਾਂਗੇ, ਬਹੁਤ ਜਲਦੀ ਐਕਸ਼ਨ ਲਵਾਂਗੇ। ਲਾਈਨ ਨੂੰ ਹੋਲਡ ਰੱਖੋ। ਇੱਕ ਬੱਚੇ ਨਾਲ ਰਹਿ ਰਹੀ ਆ ਔਰ ਤੁਹਾਡੀ ਨੋ ਨਹੀਂ ਬੁਲਾ ਰਹੀ, ਪਰ ਤੁਹਾਡਾ ਬੱਚਾ ਲੜਕਾ ਤਾਂ ਤੁਹਾਡੀ ਲੁੱਕ ਆਫਟਰ ਕਰ ਰਿਹਾ ਨਾ, ਤੁਹਾਡਾ ਪੁੱਤ ਤਾਂ ਤੁਹਾਨੂੰ ਮਤਲਬ ਪੂਰਾ ਸਤਿਕਾਰ ਦੇ ਰਿਹਾ ਬੀਬੀ ਜੀ। ਹਾਂਜੀ। ਸੋ ਉਹਦੇ ਤਾਂ ਕੋਈ ਤੁਹਾਡੇ ਪੋਤੇ ਵੀ ਸਤਿਕਾਰ ਦਿੰਦੇ ਆ? ਹਾਂਜੀ, ਪੋਤਾ ਹੈ, ਪੋਤੀ ਹੈ ਮੇਰੀ, ਦੂਏ ਪੋਤੇ ਵੀ ਮੇਰੇ ਨਾਲ ਕਰਦੇ ਆ। ਐਸੀ ਬਹੁਤ ਪਿਆਰ ਦਿੰਦੇ ਆ। ਸੋ ਮੂਲ ਨਾਲੋਂ ਵਿਆਜ ਪਿਆਰਾ ਹੈ ਔਰ ਪੁੱਤ ਵੀ, ਔਰ ਤੁਹਾਡੀ ਨੋਹ ਦੇ ਨਾਲ ਨਹੀਂ ਬਣਦੀ, ਵੱਖਰੀ ਗੱਲ ਹੈ। ਔਰ ਨੋਹ ਦੇ ਨਾਲ ਵੀ ਬਣਾਉਣੀ ਚਾਹੀਦੀ ਹੈ ਮਾਤਾ ਜੀ। ਜਿਹੜੀਆਂ ਨੋਹਾਂ ਹੁੰਦੀਆਂ ਨੇ ਉਹ ਅਸਲੀ ਧੀਆਂ ਹੁੰਦੀਆਂ ਨੇ ਮਾਤਾ ਜੀ। ਜਿਹੜੀ ਅਸੀਂ ਮੈਂ ਕੁਝ ਕਹਿੰਦੀ ਨਹੀਂ, ਮੈਂ ਸਾਰਾ ਕੁਝ ਕਰਕੇ ਦਿੰਨੀ ਆ, ਪਰ ਇੰਨਾ ਕਿ ਜੇ ਤੁਸੀਂ ਇਸ ਦੇ ਬਾਵਜੂਦ ਵੀ ਤੁਸੀਂ ਆਪਣੀ ਨੋਹ ਨੂੰ ਜੇ ਜਾਣੇ ਕੋਈ ਐਸੀ ਕੜਤਣ ਵਾਲੀ ਗੱਲ ਵੀ ਹੋਈ ਵੀ ਹੈ, ਉਹਨੂੰ ਭੁਲਾ ਕੇ ਆਪਣੀ ਜਦੋਂ ਅੱਜ ਨੋਹ ਕੰਮ ਤੇ ਗਈ ਹੈ ਘਰ ਆਵੇ, ਕਿਉਂ ਨਾ ਹੋਵੇ ਕਿ ਮਾਤਾ ਜੀ ਤੁਸੀਂ ਉਹਨੂੰ ਗਲਬੱਕੜੀ ਵਿੱਚ ਲੈ ਕੇ, ਉਹਨੂੰ ਜੱਫੀ ਵਿੱਚ ਲੈ ਕੇ ਧੀ ਰਾਣੀ ਪਿਆਰ ਦੇ ਦਿਓ। ਮਾਂ ਵਾਲਾ ਹੋ ਸਕਦਾ ਕਿ ਡੁੱਲੇ ਹੋਏ ਬੇਰਾਂ ਨਾਲ ਕੁਛ ਨਾ ਵਿਗੜੇ, ਘਰ ਦੇ ਵਿੱਚ ਖੁਸ਼ੀ ਆ ਸਕਦੀ ਹੈ। ਤੁਸੀਂ ਇੱਕ ਆਪਣਾ ਰੋਲ ਨਿਭਾ ਲਓ ਮਾਤਾ ਜੀ। ਹਾਂ, ਬਿਲਕੁਲ ਠੀਕ ਹੈ। ਮੈਂ ਕੁਝ ਕਹਿੰਦੀ ਨਹੀਂ ਬੇਟਾ, ਮੈਂ ਬਿਲਕੁਲ ਨਹੀਂ, ਨਾ ਚੰਗੀ ਨਾ ਮਾੜੀ। ਮਾਤਾ ਜੀ ਕਹਿਣ ਤੋਂ ਬਗੈਰ ਬਹੁਤ ਕੁਝ ਕਿਹਾ ਜਾ ਸਕਦਾ ਜੀ। ਘਰ ਵਿੱਚ ਤੁਸੀਂ ਚੁੱਪੇ ਰਹਿਣਾ ਤਾਂ ਉਹਦੇ ਵਿੱਚ ਚੁੱਪ ਦੇ ਵਿੱਚ ਵੀ ਬਹੁਤ ਕੁਝ ਆ। ਔਰ ਜੇ ਤੁਸੀਂ ਚੁੱਪ ਖੋਲਣੀ ਨਹੀਂ ਗਈ ਤਾਂ ਜਿਹੜੀ ਤੁਹਾਡੀ ਨੋਹ ਕੰਮ ਕਰਕੇ ਆਉਂਦੀ 10 ਘੰਟੇ 8 ਘੰਟੇ ਤਾਂ ਘਰ ਆਣ ਕੇ ਘਰੇ ਕਰਦੀ ਕਿਤੇ ਜਾਂਦੀ ਨਹੀਂ। ਚਲੋ ਘਰ ਵੀ ਕਰਦੀ ਆ, ਪਰ ਫਿਰ ਵੀ ਤੁਸੀਂ ਆਪਣੀ ਉਹਨੂੰ ਧੀ ਬਣਾ ਲਓ, ਉਹਨੂੰ ਗਲਬੱਕੜੀ ਵਿੱਚ ਲੈ ਲਓ। ਮੈਂ ਤਾਂ ਪੁੱਤ ਸਭ ਕੁਝ ਕੀਤਾ ਹੈ, ਮੈਂ ਇਹ ਨਹੀਂ ਕਹਿੰਦੀ, ਮੈਂ ਕੁਝ ਨਹੀਂ ਕਹਿੰਦੀ, ਮੈਂ ਸਾਰਾ ਕੁਝ ਕਰਦੀ। ਮੈਂ ਮੰਨਦਾ ਸਭ ਕੁਝ ਮੰਨਦਾ, ਪਰ ਤੁਸੀਂ ਐਂਡ ਮੈਂ ਪਬਲਿਕ opinion ਲੈਣੀ ਚਾਹਾਂਗਾ। ਲਾਈਨ ਨੂੰ ਹੋਲਡ ਰੱਖੋ ਆਪਣੀ। ਹਾਂਜੀ, ਮੈਂ ਮਾੜਾ ਨਹੀਂ ਸੋਚਦੀ। ਖਾਣਾ